ਵੈਲਕਮ ਆ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਜੱਸੀ ਦੇ ਵਿੱਚ। ਹੋਪ ਸੋ ਸਾਰੇ ਬਹੁਤ ਵਧੀਆ ਹੋਵੋਗੇ। ਆਈ ਐਮ ਆਲਸੋ ਗੁੱਡ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਦੇਖ ਕੇ ਛੱਡਣਾ ਨਹੀਂ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ। ਔਰ ਜੋ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਰਿਕੁਐਸਟ ਹੈ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਜਿਹੜੀਆਂ ਕੰਪੀਟੀਟਿਵ ਐਗਜ਼ਾਮ ਰਿਗਾਰਡਿੰਗ ਤੁਹਾਡੇ ਲਈ ਯੂਜ਼ਫੁਲ ਹੋ ਸਕਦੀਆਂ ਨੇ। ਸੋ ਉਹਨਾਂ ਨੂੰ ਦੇਖ ਕੇ ਛੱਡਣਾ ਨਹੀਂ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਣਾ। ਔਰ ਜੇ ਤੁਹਾਨੂੰ ਲੱਗਦਾ ਕਿ ਵੀਡੀਓ 'ਚ ਕੋਈ ਸਾਊਂਡ ਇਸ਼ੂ ਹੈ, ਵੀਡੀਓ ਕਲੀਅਰ ਨਹੀਂ, ਕਿਸੇ ਕੁਐਸਚਨ ਦਾ ਆਂਸਰ ਗਲਤ ਤਾਂ ਪਲੀਜ਼ ਕਮੈਂਟ ਨੂੰ ਪੋਜ਼ੀਟਿਵ ਹੀ ਨਾ ਕਰ ਦਿਓ। ਮੈਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ। ਪਲੀਜ਼ ਨੈਗੇਟਿਵ ਕਮੈਂਟ ਨਾ ਕਰਿਓ ਕਿ ਆਪ ਨੂੰ ਦਾ ਕੁਛ ਨਹੀਂ ਆਉਂਦਾ ਅੱਗੇ ਸਾਨੂੰ ਪੜ੍ਹਾਉਣ। ਸੋ ਮੈਂ ਇੱਕ ਕੋਸ਼ਿਸ਼ ਕਰ ਰਹੀ ਹਾਂ ਜਿਹੜੀ ਤੁਹਾਡੀ ਸਭ ਦੀ ਸਪੋਰਟ ਦੇ ਨਾਲ ਕਾਮਯਾਬ ਹੋਣੀਆਂ। ਸੋ ਸਪੋਰਟ ਕਰਿਆ ਕਰੋ। ਜਿਹੜੀ ਪਿੱਛੇ ਡਿਸਟਰਬੈਂਸ ਆ ਪਲੀਜ਼ ਉਹਨੂੰ ਇਗਨੋਰ ਕਰ ਦਿਓ ਜਸਟ ਬਿਕੋਜ਼ ਕਿ ਦੁਸ਼ਹਿਰਾ 'ਤੇ ਪਟਾਕੇ ਚੱਲ ਰਹੇ ਆ। ਸੋ ਜਿਵੇਂ ਕਿ ਆਪਾਂ PSTET ਦੀ ਤਿਆਰੀ ਕਰ ਰਹੇ ਹਾਂ, CTET ਵੀ ਨਾਲ ਹੀ ਆ। ਸੋ ਅੱਜ ਆਪਾਂ ਇੱਕ ਮਾਡਲ ਟੈਸਟ ਪੇਪਰ ਕਰਨ ਲੱਗੇ ਹਾਂ ਪ੍ਰੀਵੀਅਸ ਈਅਰ ਦਾ। ਸੋ ਜੇ ਮੈਂ ਪੂਰੇ 150 ਦੇ 150 ਕੁਐਸਚਨ ਕਰਵਾ ਸਕੀ ਤਾਂ ਕਰਵਾਉਂਗੀ, ਜਿੰਨੇ ਕਿ ਮੈਂ ਕਰਵਾ ਸਕੀ ਉਹਨੇ ਕੀ ਕਰਵਾਉਂਗੀ। ਸੋ ਆਪਾਂ CTP ਤੋਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਆ, ਭਾਸ਼ਾ ਵਿਗਿਆਨਿਕ ਸਾਪੇਖਕ ਪਰਿਕਲਪਨਾ ਦਾ ਸਿਰਜਕ ਕੌਣ ਹੈ? ਕਹਿੰਦਾ ਕਿ ਭਾਸ਼ਾ ਵਿਗਿਆਨਿਕ ਸਾਪੇਖਕ ਪਰਿਕਲਪਨਾ ਦਾ ਸਿਰਜਕ ਕੌਣ ਹੈ? ਬੈਂਜਾਮਿਨ ਲੀ ਵਰੰਫ। ਜਿਹੜੀਆਂ ਬਾਕੀ ਆਪਸ਼ਨਸ ਨੇ ਤੁਸੀਂ ਖੁਦ ਪੜ੍ਹ ਲਿਆ ਕਰੋ। ਮੈਂ ਇਸ ਕਰਕੇ ਨਹੀਂ ਸਾਰੀਆਂ ਆਪਸ਼ਨਸ ਪੜ੍ਹਦੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ। ਮੈਨੂੰ ਇੱਕ ਦਿਨ ਕਮੈਂਟ ਆਇਆ ਸੀ ਕਿ ਤੁਸੀਂ ਸਾਰੀਆਂ ਆਪਸ਼ਨਸ ਨਾ ਪੜ੍ਹਿਆ ਕਰੋ, ਡਾਇਰੈਕਟ ਆਨਸਰ ਬੋਲ ਦਿਆ ਕਰੋ ਤਾਂ ਕਿ ਵੀਡੀਓ ਲੰਬੀ ਨਾ ਹੋਵੇ, ਟਾਈਮ ਵੇਸਟ ਨਾ ਜਾਵੇ। ਨੈਕਸਟ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਵਿਧੀ ਅਤੇ ਵਿਕਾਸ ਬਾਰੇ ਕਿਹੜਾ ਕਥਨ ਦਰੁਸਤ ਨਹੀਂ ਹੈ? ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਨਹੀਂ ਹੈ। ਪਰਿਪੱਕਤਾ ਦਾ ਸਿਧਾਂਤ ਕਿਸ ਨੇ ਦਿੱਤਾ ਹੈ? ਪਰਿਪੱਕਤਾ ਦਾ ਸਿਧਾਂਤ ਗੈਸਲ ਨੇ ਦਿੱਤਾ ਹੈ। ਯੋਜਨਾਬੱਧ ਸਿੱਖਿਆ ਦੇ ਸਿਧਾਂਤਕ ਆਧਾਰ ਦੀ ਨੀਂਹ ਮੌਜੂਦ ਹੈ ਕਿਰਿਆਪ੍ਰਸਤ ਅਨੁਕੂਲਨ ਸਿਧਾਂਤ ਦੇ ਵਿੱਚ। ਖਾਣ ਦੇ ਵਿਕਾਰ ਐਨੋਰੈਕਸੀਆ ਨਿਰਵੋਸਾ ਦਾ ਕਾਰਨ ਕੀ ਹੈ? ਬੱਚਿਆਂ ਦਾ ਬਹੁਤ ਘੱਟ ਮਾਤਰਾ ਵਿੱਚ ਖਾਣਾ। ਸੂਚਨਾ ਪਰਿਕਰਮਣ ਸਿਧਾਂਤ ਅਨੁਸਾਰ ਦ੍ਰਿਸ਼ਟੀ ਸਥਾਨਕ ਸਕੈਚ ਪੈਡ ਹਿੱਸਾ ਹੈ ਕਾਰਜਕਾਰੀ ਯਾਦਦਾਸ਼ਤ ਦਾ। ਹੇਠ ਲਿਖਿਆਂ ਵਿੱਚੋਂ ਕਿਸ਼ੋਰ ਅਵਸਥਾ ਬਾਰੇ ਕਿਹੜਾ ਕਥਨ ਸਹੀ ਹੈ? ਖਾਸ ਤੌਰ 'ਤੇ ਕੁੜੀਆਂ ਵਿੱਚ ਮੁਟਾਰਪਣ ਦੀ ਅਵਸਥਾ ਮੁੰਡਿਆਂ ਨਾਲੋਂ 1 ਸਾਲ ਤੋਂ ਪਹਿਲਾਂ ਹੀ ਆ ਜਾਂਦੀ ਹੈ। ਸਿੱਖਣ ਸਿਧਾਂਤ ਦੇ ਸੰਦਰਭ ਵਿੱਚ ਸਕੈਲੋਫੋਲਡਿੰਗ ਸੰਕੇਤ ਕਰਦਾ ਹੈ ਬਾਲਕ ਦੀ ਸਿੱਖਣ ਵਿੱਚ ਸਹਾਇਤਾ ਕਰਨ ਦੇ ਵੱਲ। ਹੇਠ ਲਿਖਿਆਂ ਵਿੱਚੋਂ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੀ ਗਿਲੀਗੰਦੀ ਮੀਮਾਂਸਾ ਦਾ ਕੇਂਦਰ ਵਿਚਾਰ ਕੀ ਹੈ? ਲਿੰਗਿਕ ਪੱਖਪਾਤ। ਹੇਠ ਲਿਖਿਆਂ ਵਿੱਚੋਂ ਕਿਹੜਾ ਬੁੱਧੀ ਦੀ ਸੰਰਚਨਾ ਦੀਆਂ ਮੂਲ ਤਹਿਆਂ ਦੇ ਪਸਾਰਨ ਦਾ ਮੁਲਾਂਕਣ ਕਰਦਾ ਹੈ? ਮਨੋਮਿਤੀ ਪਹੁੰਚ। ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਕਾਰਜ ਨਹੀਂ ਹੈ? ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਲਿਆਉਣਾ। ਇੱਕ ਦੂਜੇ ਨਾਲ ਕੀਤੀ ਗਈ ਸਮਾਜਿਕ ਕਿਰਿਆ ਅਤੇ ਸੰਚਾਰ ਵਿੱਚ ਵਧੇਰਾ ਅਸਮਰਥ ਹੋਣ ਵਰਗੇ ਲੱਛਣਾਂ ਦੇ ਪ੍ਰਗਟਾਵੇ ਨੂੰ ਹੇਠ ਦਿੱਤੇ ਲੱਛਣ ਦੇ ਤੌਰ 'ਤੇ ਪਹਿਚਾਣਿਆ ਜਾਂਦਾ ਹੈ। ਆਟਿਜ਼ਮ। ਭਾਰਤ ਦੀ ਰਾਜਨੀਤੀ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਸੰਕਲਪ ਸਮਝਾਉਣ ਦੀ ਦ੍ਰਿਸ਼ਟੀ ਰਾਹੀਂ ਅਧਿਆਪਕ ਰਾਜਨੀਤਿਕ ਇੱਛਾ, ਸਮਾਜਿਕ ਬਰਾਬਰੀ ਅਤੇ ਰਾਜਨੀਤਿਕ ਧਾਰਨਾਵਾਂ ਵਰਗੇ ਸ਼ਬਦ ਵਰਤਦਾ ਹੈ। ਵਾਈਗੋਸਕੀ ਦੇ ਸਿਧਾਂਤ ਅਨੁਸਾਰ ਇਹ ਮਿਸਾਲ ਹੈ ਨਿਰਦੇਸ਼ਿਤ ਸਹਿਭਾਗਤਾ ਦੀ। ਇਸ ਪਿੱਛੇ ਡਿਸਟਰਬੈਂਸ ਆ, ਪਲੀਜ਼ ਇਗਨੋਰ ਕਰ ਦਿਓ, ਇਸ ਮਾਈ ਹੰਬਲ ਰਿਕੁਐਸਟ। ਪਿਆਜੇ ਦੇ ਗਿਆਨਮਈ ਸਿਧਾਂਤ ਅਨੁਸਾਰ ਸੰਤੁਲਨ ਕੀ ਹੈ? ਵਾਤਾਵਰਣ ਵਿੱਚ ਗਿਆਨਮਈ ਸਕੀਮਾਂ ਅਤੇ ਸੂਚਨਾਵਾਂ ਵਿਚਕਾਰ ਮਾਨਸਿਕ ਸੰਤੁਲਨ ਨੂੰ ਤਲਾਸ਼ਣਾ। ਗੈਰ ਜ਼ਰੂਰੀ ਅੱਖਰ ਲਿਖਣਾ, ਜ਼ਰੂਰੀ ਅੱਖਰਾਂ ਨੂੰ ਛੱਡ ਦੇਣਾ, ਧੁਨੀਆਂ ਅਤੇ ਅੱਖਰਾਂ ਦਾ ਆਪਸੀ ਪਰਿਵਰਤਨ। ਹੇਠ ਲਿਖਿਆਂ ਵਿੱਚੋਂ ਕਿਹੜੀ ਸਿੱਖਣ ਅਯੋਗਤਾ ਨਾਲ ਸੰਬੰਧਿਤ ਹੈ? ਡਿਸਲੈਕਸੀਆ ਦੇ ਨਾਲ। ਨੈਕਸਟ ਹੈ, ਸਮਾਂ ਵਿਸ਼ੇ ਸਿੱਖਿਆ ਬਾਰੇ ਕਿਹੜਾ ਕਥਨ ਦਰੁਸਤ ਹੈ? ਸਕੂਲ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਮਾਨ ਅਵਸਰ ਅਤੇ ਸਕੂਲ ਵਿੱਚ ਭਾਗੀਦਾਰ ਬਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਸਿੱਖਣ ਅਯੋਗਤਾ ਵਾਲੇ ਬੱਚੇ ਪੂਰਨ ਸਮਰੱਥਾ ਨੂੰ ਵਰਤਣ ਵਿੱਚ ਅਯੋਗ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ
EDC ਦਾ ਉਦੇਸ਼ ਨਹੀਂ ਹੈ। ਮੁੱਖ ਧਾਰਾ ਵਾਲੇ ਸਕੂਲਾਂ ਨੂੰ ਹਟਾਉਣਾ। ਪਿਆਜੇ ਦੇ ਸਿਧਾਂਤ ਦੇ ਸੰਬੰਧ ਵਿੱਚ ਕਿਹੜੇ ਆਲੋਚਕ ਨੇ ਕਿਹਾ ਹੈ ਕਿ ਜੇਕਰ ਇੱਕ ਬੱਚਾ ਸਿੱਖਣ ਦੀ ਸਮਰੱਥਾ ਹੋਣ ਤੋਂ ਪਹਿਲਾਂ ਨਹੀਂ ਸਿੱਖ ਸਕਦਾ, ਫਿਰ ਕਿਉਂ ਚਿੰਤਾ ਕਰਨੀ, ਅਤੇ ਜੇਕਰ ਇੱਕ ਬੱਚਾ ਸਿੱਖਣ ਵਿੱਚ ਸਮਰੱਥ ਹੋਣ ਤੋਂ ਬਾਅਦ ਆਪਣੇ ਆਪ ਸਿੱਖਣਾ ਸ਼ੁਰੂ ਕਰ ਦਿੰਦਾ ਤਾਂ ਫਿਰ ਵੀ ਚਿੰਤਤ ਕਿਉਂ ਹੋ, ਬਰੂਨਰ ਨੇ ਕਿਹਾ ਹੈ। ਇਹ ਬੰਡੂਰਾ ਅਨੁਸਾਰ ਪ੍ਰੇਖਣ ਕਰਕੇ ਸਿੱਖਣ ਲਈ ਪੂਰਵ ਸ਼ਰਤ ਹੈ ਮਾਡਲ ਸਰੀਰਕ ਤੌਰ 'ਤੇ ਬੱਚੇ ਦੇ ਸਾਹਮਣੇ ਹੋਣਾ ਚਾਹੀਦਾ ਹੈ। ਹੇਠ ਲਿਖਿਆਂ ਵਿੱਚੋਂ ਪਿਆਜੇ ਅਨੁਸਾਰ ਦਿੱਤੇ ਗਏ ਨੈਤਿਕ ਵਿਕਾਸ ਦੇ 4 ਪੜਾਵਾਂ ਵਿੱਚੋਂ ਕਿਹੜਾ ਪੜਾਅ ਨਹੀਂ ਹੈ? ਸੈਂਸਰੀ ਮੋਟਰ, ਬਹੁਬੁੱਧੀ ਦੇ ਸਿਧਾਂਤ ਅਨੁਸਾਰ ਸਵੈ ਅਹਿਸਾਸ, ਉਦੇਸ਼ ਅਤੇ ਇੱਛਾਵਾਂ ਦੀ ਸਮਝਦਾਰੀ ਨੂੰ ਕੀ ਕਿਹਾ ਜਾਂਦਾ ਹੈ? ਅੰਤਰ ਵਿਅਕਤੀਗਤ ਬੁੱਧੀ। ਹੇਠ ਲਿਖਿਆਂ ਵਿੱਚੋਂ ਸਿੱਖਣ ਸੰਬੰਧੀ ਕਿਹੜਾ ਕਥਨ ਸਹੀ ਹੈ? ਸਿੱਖਣਾ ਅਜਿਹੇ ਵਾਤਾਵਰਣ ਵਿੱਚ ਪ੍ਰਭਾਵਸ਼ਾਲੀ ਹੁੰਦਾ ਜਿਹੜਾ ਉਸਾਰੂ ਭਾਵਨਾਵਾਂ ਵਾਲਾ ਹੋਵੇ ਅਤੇ ਵਿਦਿਆਰਥੀ ਨੂੰ ਸੰਤੁਸ਼ਟ ਕਰੇ। ਅੰਤਰ ਵਿਅਕਤੀਗਤ ਬੁੱਧੀ ਦਾ ਵਿਵਹਾਰ ਪ੍ਰਗਟਾਉਂਦਾ ਹੈ ਉਦਾਸੀ ਅਤੇ ਅਫਸੋਸ ਵਰਗੀਆਂ ਸਮਾਨ ਭਾਵਨਾਵਾਂ ਵਿੱਚ ਵਖਰੇਵਾਂ ਕਰਨ ਨੂੰ। ਪ੍ਰਚਲਿਤ ਨਿਸ਼ਕਰਸ਼ ਅਨੁਸਾਰ ਉਹ ਬਾਲਕ ਵਿਅਕਤੀ ਜਿਹੜੇ ਆਪਣੇ ਬੱਚਿਆਂ ਨਾਲ ਦੁਰਵਿਵਹਾਰ ਕਰਦੇ ਹਨ, ਉਹ ਵਿਸ਼ੇਸ਼ ਤੌਰ 'ਤੇ ਉਹਨਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਵਿੱਚ ਉਹਨਾਂ ਨਾਲ ਪਹਿਲਾਂ ਹੀ ਦੁਰਵਿਵਹਾਰ ਹੋਇਆ ਹੋਵੇ। ਇਹ ਬੱਚੇ ਦੇ ਵਿਕਾਸ ਦੇ ਕਿਹੜੇ ਸਿਧਾਂਤ ਨੂੰ ਉਜਾਗਰ ਕਰਦਾ ਹੈ? ਸਮਾਜਿਕ ਸਿੱਖਣ ਸਿਧਾਂਤ ਨੂੰ। ਵਸਤੂ ਸਥਾਈਪੁਣਾ ਪਿਆਜੇ ਦੇ ਗਿਆਨਮਈ ਵਿਕਾਸ ਦੇ ਕਿਹੜੇ ਪੜਾਵ ਦੀ ਮੁੱਖ ਪ੍ਰਾਪਤੀ ਹੈ? ਸੰਵੇਦੀ ਪ੍ਰੇਰਕ ਪੜਾਵ ਦੀ। ਨਿਰਣਾਇਕ ਕਲਾ ਦਾ ਸੰਕਲਪ ਉਤਪੰਨ ਹੋਇਆ ਗਰਭ ਵਿਗਿਆਨ ਤੋਂ। ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਤਿਭਾਸ਼ਾਲੀ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ? ਉਤਸ਼ਾਹਨ ਦੀ ਘਾਟ। ਸਹੀ ਕਰਮ ਕਰਨਾ। ਚਾਰਲਸ ਪੀਅਰਸਮੈਨ ਨੇ ਕਿਹੜੀ ਥਿਊਰੀ ਦਿੱਤੀ ਸੀ? ਦੋ ਕਾਰਕੀ ਸਿਧਾਂਤ ਦੀ। AL ਨੇ ਦਿੱਤਾ ਸੀ ਬਹੁ ਕਾਰਕੀ ਸਿਧਾਂਤ। ਜਿਹੜਾ ਹੋਵਰਡ ਸੀ ਉਹਨੇ ਦਿੱਤੇ ਸੀ ਬਹੁਬੁੱਧੀ ਸਿਧਾਂਤ। ਜਿਹੜਾ ਜੈਨਸਨ ਸੀ ਉਹਨੇ ਦਿੱਤਾ ਸੀ ਦੋ ਪੱਧਰੀ ਕਿਰਿਆ ਸਿਧਾਂਤ। CDP ਦਾ ਲਾਸਟ ਕੁਐਸਚਨ ਆਈ ਅੱਜ। ਹੇਠ ਲਿਖਿਆਂ ਵਿੱਚੋਂ ਕਿਹੜਾ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਨਾਲ ਮੇਲ ਨਹੀਂ ਰੱਖਦਾ? ਤੀਜੇ ਪੜਾਅ ਦੇ ਬੱਚੇ ਸੰਪੂਰਨ ਰੂਪ ਵਿੱਚ ਸਮਾਜਿਕ ਨੇਮ ਦਾ ਅਨੁਸਾਰੀ ਹੁੰਦਾ ਹੈ। ਸੋ ਹੁਣ ਆਪਾਂ ਪੰਜਾਬੀ ਦੀ ਕਲਾਸ ਸਟਾਰਟ ਕਰਦੇ। 1 ਸੈਕਿੰਡ ਆਪਾਂ 1 ਮਿੰਟ ਲਈ ਰੈਸਟ ਲੈ ਲਈਏ। 1 ਮਿੰਟ ਤਾਂ ਨਹੀਂ ਕਹਿੰਦੀ। ਜਦ ਤੱਕ ਤੁਸੀਂ ਇਸ ਪੈਸੇਜ ਨੂੰ ਬਹੁਤ ਧਿਆਨ ਨਾਲ ਪੜ੍ਹੋ, ਕਿਉਂਕਿ ਮੇਰੇ ਲਈ ਨਾ ਪੈਸੇਜ ਵੀਡੀਓ ਲੰਬੀ ਚਲੇ ਜਾਂਦੀ, ਇਸ ਕਰਕੇ ਨਾ ਮੈਂ ਪੈਸੇਜ ਪੜ੍ਹਦੀ ਨਹੀਂ ਹੈਗੀ। ਸੋ ਪਲੀਜ਼ ਤੁਸੀਂ ਕੇਅਰਫੁਲੀ ਪੜ੍ਹ ਲਿਓ। ਵੈਸੇ ਤੁਸੀਂ ਪੈਰਾਗ੍ਰਾਫ ਇੰਨੇ ਟਾਈਮ 'ਚ ਹੁਣ ਪੜ੍ਹ ਚੁੱਕੇ ਹੋਵੋਗੇ, ਕਿਉਂਕਿ ਆਪਣੀ ਪੰਜਾਬੀ ਦੀ ਸਪੀਡ ਤਾਂ ਕਾਫੀ ਫਾਸਟ ਹੁੰਦੀ ਹੈ। आंसर करते हैं। ਲੋਕਤਾਂਤਰਿਕ ਵਿਵਸਥਾ ਵਿੱਚ ਆਸਾਂ ਪੂਰੀਆਂ ਨਾ ਹੋ ਸਕਣ ਲਈ ਜਵਾਬਦੇਹ ਹੈ ਕੌਣ? ਰਾਜਨੀਤੀ ਵਿੱਚ ਮੌਕਾ ਪ੍ਰਸਤੀ ਦਾ ਬੋਲਬਾਲਾ। ਦਲ ਬਦਲਣ ਦੀ ਰਾਜਨੀਤੀ ਕੀ ਐਲਾਨ ਕਰਦੀ ਹੈ? ਸੱਤਾ ਪ੍ਰਾਪਤੀ ਪ੍ਰਮੁੱਖ ਮਨੋਰਥ ਹੈ। ਸਮੂਹਿਕ ਦਲ ਬਦਲੀ ਤੇ ਕਿਹੜੀ ਪ੍ਰਤੀਕਿਰਿਆ ਵੇਖਣ ਨੂੰ ਮਿਲਦੀ ਹੈ? ਕਾਰਜ ਦੀ ਨੈਤਿਕਤਾ ਤੇ ਪ੍ਰਸ਼ਨ ਕੀਤਾ ਗਿਆ। ਠੀਕ ਅਤੇ ਗਲਤ ਦੀ ਪਰਿਭਾਸ਼ਾ ਬਦਲਣ ਦਾ ਭਾਵ ਹੈ ਦੂਜੇ ਦੇ ਠੀਕ ਨੂੰ ਗਲਤ ਅਤੇ ਆਪਣੇ ਗਲਤ ਨੂੰ ਠੀਕ ਦਰਸਾਉਣਾ। ਇਸ ਵਾਰਤਕ ਦੇ ਪਹਿਰੇ ਵਿੱਚ ਕਿਹੜੀ ਖੁਸ਼ਫਹਿਮੀ ਵੱਲ ਇਸ਼ਾਰਾ ਕੀਤਾ ਗਿਆ ਹੈ? ਨੈਤਿਕਤਾ ਤੋਂ ਪ੍ਰੇਰਿਤ ਰਾਜਨੀਤੀ। ਦਲ ਆਧਾਰਿਤ ਰਾਜਨੀਤੀ ਤੰਤਰ ਤੋਂ ਸਾਡੀ ਕੀ ਮੁਰਾਦ ਹੈ? ਸੰਗਠਨ ਦੀਆਂ ਸਰਗਰਮੀਆਂ ਵਿੱਚ ਲੋਕ ਕਲਿਆਣ 'ਤੇ ਧਿਆਨ ਦਿੱਤਾ ਜਾਵੇਗਾ।
ਨੈਤਿਕਤਾ ਵਿਆਹੁਣੀ ਰਾਜਨੀਤੀ ਨੂੰ ਸ਼ਰਾਬ ਕਿਉਂ ਨਹੀਂ ਮੰਨਿਆ ਗਿਆ? ਨੈਤਿਕਤਾ ਦੀ ਪਰਵਾਹ ਨਾ ਕਰਨਾ ਫਾਇਦੇਮੰਦ ਸਿੱਧ ਹੋਇਆ। ਨੈਕਸਟ ਆਈ ਪੜ੍ਹ ਲੈਂਦੇ ਆਪਾਂ। ਹੇਠ ਲਿਖੀ ਇੱਕ ਕਾਵਿ ਦਾ ਅਧਿਐਨ ਕਰਕੇ ਸਵਾਲਾਂ ਦੇ ਜਵਾਬ ਦਿਓ। ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁਝ ਇੰਨਾ ਚਿਰ ਮਿਲਿਆ। ਜੇਠ ਹਾੜ ਦੀ ਰੁੱਤੇ ਥਲ ਪੁੱਜਦੇ ਸਿਖਰ ਦੁਪਹਿਰਾ। ਇੱਕ ਕਿਣਕੇ ਦੇ ਉੱਤੋਂ ਅੱਖ ਖੱਕੜੀ ਦਾ ਥੰਬਾ ਉੱਡਦਾ ਪਲ ਛਿਣ ਛਾਂ ਕਰ ਜਾਵੇ। ਇਹ ਮੇਰੀ ਸਰਗੀ ਸੁਖ ਚੰਨੀਏ, ਯਾਦ ਤੇਰੀ ਮੈਂ ਸਾਂਭ ਕੇ ਇੰਜ ਦਿਲ ਅੰਦਰ ਰੱਖੀ। ਜਿਉਂ ਸਿਆਲੀ ਰੁੱਤੇ ਟੁੱਟੇ ਹੋਈ ਛੱਪ ਦੇ ਉੱਤੇ ਮੀਂਹ ਗੜੀ ਦਾ ਵਸਦਾ ਛੱਪਰ ਹੋਵੇ। ਥੱਲੇ ਇੱਕ ਮੁਸਾਫਿਰ ਬੈਠਾ ਅੱਗ ਬਾਲ ਕੇ ਤ੍ਰਿਪ ਚੋਂਦੇ ਮੀਂਹ ਦੇ ਟੇਪੀਏ। ਨਿੱਘ ਬਚਾਵਣ ਖਾਤਰ ਰੋਕ ਪਿੱਠ ਤੇ ਗੰਧਲਾ ਪਾਣੀ ਅੱਗ ਤੇ ਝੱਕਿਆ ਹੋਵੇ। ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨੇ ਦਾਵੇ। ਪੱਲਾ ਸਬਰ ਮੇਰਾ ਦਿਲ ਦਾ ਏਦਾਂ ਛੁੱਟ ਜਾਵੇ, ਜਿਉਂ ਕਣਕਾਂ ਦੇ ਵੱਢ ਦੇ ਵਿੱਚ ਨਿੱਕਾ ਜਿਹਾ ਪੋਲੀ ਦਾ ਬੂਟਾ ਝੁੰਡਾਂ ਦੇ ਵਿੱਚ ਫਸਿਆ ਹੋਵੇ। ਹਵਾ ਦੇ ਤਫਿਆਂ ਨਾਲ ਵਿਚਾਰਾ ਕਦੇ ਫਸ ਜਾਵੇ ਛੁੱਟ ਜਾਵੇ। ਮੇਰੇ ਰੋਮ ਵਿੱਚ ਹਰਦਮ ਰਹਿੰਦੀ ਏਦਾਂ ਰਵਾਹ ਹੈ ਪਿਆਰੀ ਕਹਾਣੀ। ਕਿਤੇ ਕਿਤੇ ਜਿਉਂ ਪਰਬਤ ਅੰਦਰ ਸਿੱਲੀਆਂ ਪੱਥਰਾਂ ਵਿੱਚੋਂ ਹੌਲੀ ਸਿਮਦਾ ਰਹਿੰਦਾ ਕੋਸਾ ਪਾਣੀ। ਕੀ ਇਹ ਲੇਖਕ ਅਨੁਭਵ ਵਸਤੂ ਦੇ ਪ੍ਰਗਟਾਵੇ ਲਈ ਕਾਵਿ ਬੰਬਾਵਲੀ ਗ੍ਰਹਿਣ ਕਰਦਾ ਹੈ, ਯਥਾਰਥਕ ਪ੍ਰਾਕ੍ਰਿਤਿਕ ਧਰਾਤਲ 'ਚੋਂ। ਨਜ਼ਮ ਦਾ ਆਖਰੀ ਬੰਦ ਪਿਆਰ ਦੇ ਕਿਹੜੇ ਭਾਵ ਨੂੰ ਪੇਸ਼ ਕਰਦਾ ਹੈ? ਸਹਿਜ ਉਦਬੋਧ ਨੂੰ। ਥਲ ਸ਼ਬਦ ਦਾ ਸਮਾਂਤਰ ਹੈ ਟਿੱਬੇ। ਲੇਖਕ ਕਵਿਤਾ ਦੇ ਪਹਿਲੇ ਕਾਵਿ ਬੰਦ ਵਿੱਚ ਪਿਆਰ ਦੀ ਸੰਖੇਪਤਾ ਦੇ ਜਜ਼ਬੇ ਦਾ ਚਿੱਤਰ ਉਲੀਕਦਾ ਹੈ। ਹੇ ਮੇਰੀ ਸਰਗੀ ਸੁਖ ਚੰਨੀਏ ਸਤਰ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ? ਰੂਪਕ। ਕਾਹਦਾ ਮਾਣ ਕਰੇ ਕੋਈ ਦਿਲ ਤੇ, ਫਸ ਜਾਵੇ ਫੁੱਟ ਜਾਵੇ। ਵਾਕ ਸਤਰਾਂ ਵਿੱਚ ਲੇਖਕ ਆਪਣੇ ਇਸ਼ਕ ਦੇ ਸਿਦਕ ਦੀ ਖੜੋਤ ਦੀ ਸਥਿਤੀ ਨੂੰ ਸਿਰਜਦਾ ਹੈ। ਟੁੱਟੇ ਹੋਏ ਛੱਪਰ ਦੇ ਉੱਤੇ ਡੈਸ਼ ਅੱਗੇ ਤੇ ਝੁਕਿਆ ਹੋਵੇ। ਕਾਵਿ ਸਤਰਾਂ ਦੇ ਬਹਾਨੇ ਕਵੀ ਨੇ ਪਿਆਰ ਦੀ ਚਿਣਗ ਰਾਹੀਂ ਆਰਥਿਕ ਖੁਸ਼ਹਾਲੀ ਵੱਲ ਸੰਕੇਤ ਕੀਤਾ ਹੈ। ਕਵਿਤਾ ਵਿੱਚ ਲੇਖਕ ਖਿਆਲ ਦੀ ਬੁਣਤੀ ਸਮੇਂ ਵਿਸ਼ੇਸ਼ ਨੁਕਤੇ ਤੇ ਜ਼ੋਰ ਦਿੰਦਾ ਹੈ, ਜਿਹੜੇ ਤੇ ਵਿਚਾਰ ਦੀ ਵਿਗਿਆਨਿਕਤਾ ਅਤੇ ਪ੍ਰਗਟਾਵੇ ਦੀ ਰਸਕਤਾ ਦਾ ਸੰਯੋਗ। ਰਜਿਸਟਰ ਸੰਬੰਧਿਤ ਹੈ ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਦੇ ਨਾਲ। ਪੈਟਾਗੋਜੀ ਆ ਗਈ। NCF 2005 ਦੇ ਅਨੁਸਾਰ ਭਾਸ਼ਾ ਸਿੱਖਿਆ ਵਿਦਿਆਰਥੀਆਂ ਦੇ ਕਿਰਿਆਸ਼ੀਲ ਸਹਿਭਾਗਤਾ ਤੇ ਬਲ ਦਿੰਦੀ ਹੈ। ਭਾਸ਼ਾ ਸਹਿਤ ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਭਾਸ਼ਾਈ ਯੋਗਤਾਵਾਂ ਦਾ ਵਿਕਾਸ ਕਰਨਾ, ਵਿਦਿਆਰਥੀ ਵਿੱਚ ਸਾਹਿਤਕ ਕੌਸ਼ਲਾਂ ਦਾ ਵਿਕਾਸ ਕਰਨਾ, ਦੋਨੇ ਹੀ ਆ। ਨੈਕਸਟ ਆ ਗਿਆ ਆਗਮਨ ਵਿਧੀ ਦੁਆਰਾ ਵਿਆਕਰਨ ਸਿੱਖਿਆ ਦੀ ਤਰਤੀਬ ਕੀ? ਪਹਿਲਾਂ ਉਦਾਹਰਨ ਦੇਣਾ, ਫਿਰ ਉਹਦਾ ਵਿਸ਼ਲੇਸ਼ਣ ਕਰਨਾ, ਫਿਰ ਸੁਧਾਰੀਕਰਨ, ਫਿਰ ਨਿਯਮੀਕਰਨ। ਨੈਕਸਟ ਕੁਐਸਚਨ ਆ ਜੀਵਨ ਨਾਲ ਜੋੜਨ ਦਾ ਸਿਧਾਂਤ ਭਾਸ਼ਾਈ ਸਿੱਖਣ ਦੇ ਤਹਿਤ ਸੰਕੇਤ ਕਰਦਾ ਹੈ ਕਿ ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜੀਵਨ ਦੀਆਂ ਪਰਿਸਥਿਤੀਆਂ ਦਾ ਲੋੜ ਅਨੁਸਾਰ ਪ੍ਰਯੋਗ ਕਰਨਾ। ਨੈਕਸਟ ਕੁਐਸਚਨ ਅਧਿਆਪਕ ਜਮਾਤ ਵਿੱਚ ਪੜ੍ਹਾਉਣ ਤੋਂ ਪਹਿਲਾਂ ਇੱਕ ਉਦਾਹਰਨ ਦਿੰਦੀ ਹੈ ਤੇ ਫਿਰ ਵਿਸ਼ਲੇਸ਼ਣ ਨਾਲ ਨਿਯਮ ਕਰਵਾਉਂਦੀ ਹੈ। ਇਸ ਲਈ ਸਿਖਲਾਈ ਕਿਹੜੀ ਹੈ? ਆਗਮਨ ਵਿਧੀ। ਸਫਲ ਉਪਚਾਰਕ ਤੋਂ ਸਿਖਲਾਈ ਲਈ ਜ਼ਰੂਰੀ ਹੈ ਸਮੱਸਿਆ ਦੇ ਕਾਰਨਾਂ ਦੀ ਸਹੀ ਪਹਿਚਾਣ। ਭਾਸ਼ਣ ਦੇ ਲੇਖਣ ਵਿੱਚ ਕਿਹੜਾ ਬੁਨਿਆਦੀ ਫਰਕ ਹੁੰਦਾ ਹੈ? ਬੋਲੀ ਜਾਣ ਵਾਲੀ ਭਾਸ਼ਾ ਕੁਦਰਤੀ ਤੌਰ 'ਤੇ ਜ਼ਿਆਦਾ ਅਸਥਾਈ ਹੁੰਦੀ ਹੈ। ਭਾਸ਼ਾ ਪ੍ਰਾਪਤੀ ਅਤੇ ਭਾਸ਼ਾ ਸਿੱਖਿਆ ਵਿੱਚ ਮੁੱਖ ਅੰਤਰ ਕੀ ਹੈ? ਸਹਿਜਤਾ ਅਤੇ ਸੁਭਾਵਿਕਤਾ ਦਾ। ਪਾਠ ਪੁਸਤਕਾਂ ਮਹੱਤਵਪੂਰਨ ਹਨ ਕਿਉਂਕਿ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਪੜਚੋਲ ਦਾ ਅਵਸਰ ਪ੍ਰਦਾਨ ਕਰਦੀਆਂ ਹਨ। ਬੱਚੇ ਵਿੱਚ ਭਾਸ਼ਾ ਦਾ ਵਿਕਾਸ ਕੁਝ ਹੱਦ ਤੱਕ ਜਨਮ ਤੋਂ ਵੀ ਹੁੰਦਾ ਹੈ, ਸਮਾਜਿਕ ਸੱਭਿਆਚਾਰ ਸੰਦਰਭਾਂ ਨਾਲ ਵੀ ਹੁੰਦਾ ਹੈ। ਭਾਸ਼ਾ ਸੰਬੰਧੀ ਕਿਹੜਾ ਕਥਨ ਦਰੁਸਤ ਹੈ? ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਕਵਿਤਾ, ਵਾਰਤਕ ਤੇ ਨਾਟਕ ਨੂੰ ਉੱਚ ਜਮਾਤਾਂ ਵਿੱਚ ਪੜ੍ਹਾਉਣ ਦਾ ਮੂਲ ਮਨੋਰਥ ਕੀ ਹੈ? ਸਾਹਿਤਕ ਸੰਵੇਦਨਸ਼ੀਲਤਾ ਨੂੰ ਵਧਾਉਣਾ। ਜਮਾਤ ਵਿੱਚ ਵਿਅਕਤੀਗਤ ਭਿੰਨਤਾ ਹੋਣ ਦੇ ਕੀ ਕਾਰਨ ਹਨ? ਸਧਾਰਨ ਸਮਾਜਿਕ ਅੰਤਰ, ਅਨੁਸ਼ਾਸਨੀ ਸਿੱਖਿਆ ਹੋਣੀ ਚਾਹੀਦੀ ਹੈ। ਜਿਹੜੀ ਪੰਜਾਬੀ ਆਪਣਾ ਪੰਜਾਬੀ ਦੇ ਲਾਸਟ ਕੁਐਸਚਨ ਹੈ ਕਿਉਂਕਿ 30 ਕੁਐਸਚਨ ਆਪਣੇ CDP ਦੇ ਹੁੰਦੇ, 30 ਪੰਜਾਬੀ ਦੇ ਹੁੰਦੇ ਆ, 30 ਇੰਗਲਿਸ਼ ਦੇ ਹੁੰਦੇ ਆ ਅਤੇ 60 SST ਦੇ ਹੁੰਦੇ ਆ।
ਗਦ ਅਧਿਐਨ ਦਾ ਪ੍ਰਮੁੱਖ ਉਦੇਸ਼ ਕੀ ਹੈ? ਭਾਸ਼ਾ, ਹਾਵ ਭਾਵ, ਵਿਚਾਰ ਤੇ ਵਿਸ਼ਲੇਸ਼ਣ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕਰ ਰਹੀ ਹਾਂ, ਬਟ ਤੁਹਾਡੀ ਸਭ ਦੀ ਸਪੋਰਟ ਤੋਂ ਬਿਨਾਂ ਕਾਮਯਾਬ ਨਹੀਂ ਹੋਣੀ। ਆਪਾਂ ਇੰਗਲਿਸ਼ ਲੈਂਗੁਏਜ ਦਾ ਕਰਾਂਗੇ। ਕਹਿੰਦੇ ਪਲੀਜ਼ ਰੀਡ ਦੀ ਪੈਸੇਜ ਕੇਅਰਫੁਲੀ ਐਂਡ ਆਨਸਰ ਦੀ ਕੁਐਸਚਨ 61 to 68। ਇਹ ਪੈਸੇਜ ਨੂੰ ਤੁਸੀਂ ਆਪਣੇ ਆਪ ਧਿਆਨ ਨਾਲ ਪੜ੍ਹੋ, ਫਿਰ ਮੈਂ ਤੁਹਾਨੂੰ ਕੁਐਸਚਨ ਆਨਸਰ ਕਰਾਉਂਗੀ। ਬਹੁਤ ਧਿਆਨ ਨਾਲ ਪੜ੍ਹੋ। ਕਿ ਹੋਪ ਸੋ ਤੁਸੀਂ ਇਸ ਪੈਸੇਜ ਨੂੰ ਬਹੁਤ ਧਿਆਨ ਨਾਲ ਰੀਡ ਕਰ ਲਿਆ ਹੋਵੇਗਾ। ਹੁਣ ਆਪਾਂ ਇਹਦੇ ਕੁਐਸਚਨ ਆਨਸਰ ਕਰਦੇ ਹਾਂ। According to the text, our efforts should be criticized by faith in strengthening common factors. In the write up, the author is pleading the strengthening the spirit that cares for the needs of all. The most appropriate conclusion that can be drawn from the passage is diverse groups, without losing their distinctiveness, need to work for common cause. Pronunciation 'ਚ ਪ੍ਰੋਬਲਮ ਹੋਏਗੀ, ਪਲੀਜ਼ ਨੈਗੇਟਿਵ ਕਮੈਂਟ ਨਾ ਕਰਿਓ। ਅਸੀਂ ਪੰਜਾਬੀ ਹੁੰਦੇ ਜਿੰਨੇ ਮਰਜ਼ੀ ਅੰਗਰੇਜ਼ੀ ਸਾਡੀ ਵੈਲ ਐਂਡ ਗੁੱਡ ਹੋਵੇ, ਆਪਾਂ ਕਿਤੇ ਨਾ ਕਿਤੇ ਸਟਾਪ ਲੱਗ ਹੀ ਜਾਂਦੇ ਹਾਂ। In the next, author looks at changes mentioned in a positive manner. The author ultimately desires a dependable, concordant, and well functioning democratic setup. The term pivot in the text means nucleus. According to the author, India is in a disarray because of the impact of unprecedented developments. The expression thematic unity refers to unity of purpose. ਨਾ ਆਪਾਂ ਇਸ ਪੈਸੇਜ ਨੂੰ ਪੜ੍ਹਨਾ, ਫਿਰ ਇਹਦੇ ਵਿੱਚੋਂ ਕੁਐਸਚਨ ਆਨਸਰ ਕਰਨੇ। ਸੋ ਪੈਸੇਜ ਨੂੰ ਪਲੀਜ਼ ਬਹੁਤ ਧਿਆਨ ਨਾਲ ਪੜ੍ਹਿਓ। ਕੰਪਿਊਟਰ ਬੇਸਡ ਸੁਸਾਇਟੀ। ਕਹਿੰਦੇ ਕੰਪਿਊਟਰ ਬੇਸਡ ਸੁਸਾਇਟੀ become a fragile society easily distributed, held in the grip of small technical elite who would have enormous potential power. The controller and operator of the communication channels could exert massive political and social pressure. Technical concentrated power, although it appears to decentralize it, spreading the computer network into every house just as television has spread, appears to be bringing the power of computer and information system to every corner of the society. What it, in fact, does is to tighten the grip of a few of many. More people become dependent for their entertainment, their news and information, even for their financial arrangements and household facilities on a small group of people who control and manipulate the system for their own ends. Okay, Pallavi, please. The greater of technological dependence becomes, the more fragile does society become.
ਹੁਣ ਆਪਾਂ ਦਾ ਕੁਐਸਚਨ ਆਨਸਰ ਕਰਦੇ। ਪਲੀਜ਼ ਜਿਹੜੀ ਪਿੱਛੇ ਡਿਸਟਰਬੈਂਸ ਨੂੰ ਇਗਨੋਰ ਕਰੋ। The word imony in the third paragraph referred to expanded from the impact of technology. Compared to an unstable society, a stable society fulfill its basic needs locally. The paradox of technological progress for us is that the more we are freed of the burden of our domestic chores, the more infatuated we become. In this passage, a computer based society is called fragile because it can be easily disrupted. Restriction on citizens' right in a technological dependent society can take the form of people inability to exercise their freedom to have new knowledge. Next question. The author's viewpoint regarding the illusory character of decentralization brought about by computer technology is conveyed in the first paragraph by the word fragile. The greatest weakness of a technological based society in the author's prescription is it leads to an informed society. Which of the following is true about the comprehension? It is an active process in which of the reader works to construct a meaningful message for a text. Which of the following strategies is likely to be most effective to address students' difficulty in pronouncing a particular phoneme using minimal pair activities such as rhyming words in the poem and songs? The most effective approach to promote language development in learners is that in which the teacher provide constant feedback to those learners whose language use is problematic. Pedagogy the question again. Which of the following has given most importance to the social interaction in the theory of language development by Vygotsky? Scanning means to read repeatedly for specific information. CALP refers to cognitive academic language proficiency. Which of these is not correct in grammar translation method? Grammar is taught individually. To understand the complex meaning of a text, which one of these is the most helpful? Silent reading. The main objective of teaching of second language is to appropriate and spontaneous use of English for at least daily purpose. The primary objective of teaching literature to elementary school learners is to teach them language through literature. Which one of these does not refer to Chomskyan perspective? Imitations and the practice are the primary process in the language development. Which of these is not the principle of extensive reading? Reading speed is quite slow. Language laboratories are primarily used for language teaching to help learners identify and rectify their errors. Meaning of a word is contextual. English the last question I. Passive vocabulary means that learner know the meaning of the words but hardly use them. अपने को SST ਦੇ ਨਾ ਆਪਣਾ 60 ਕੁਐਸਚਨ ਆਉਂਦੇ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਵੀਡੀਓ 'ਚ ਕਿੰਨੇ ਕਰਵਾ ਪਾਉਂਗੀ ਟੋਟਲੀ ਡਿਪੈਂਡ ਕਰਦਾ એનર્ਜੀ ਤੇ ਸੋ ਭਾਰਤ ਵਿੱਚ ਗੁਜਰਾਤ ਲੂਣ ਦਾ ਸਭ ਤੋਂ ਵੱਡਾ ਉਤਪਾਦਕ ਹੈ ਕਿਉਂਕਿ ਉੱਥੇ ਸਮੁੰਦਰਾਂ ਦਾ ਵਧੇਰਾ ਹਿੱਸਾ ਘੱਟ ਡੂੰਘਾ ਹੈ। ਨੈਕਸਟ ਕੁਐਸਚਨ 2001 ਦੀ ਮਰਦਸ਼ੁਮਾਰੀ ਅਨੁਸਾਰ ਕਿਸ ਰਾਜ ਦੀ ਆਬਾਦੀ ਦੀ ਘਣਤਾ ਲੜੀਵਾਰ ਸਭ ਤੋਂ ਘੱਟ ਅਤੇ ਸਭ ਤੋਂ ਜ਼ਿਆਦਾ ਹੈ? ਅਰੁਣਾਚਲ ਪ੍ਰਦੇਸ਼ ਦੀ ਸਭ ਤੋਂ ਘੱਟ ਅਤੇ ਪੱਛਮੀ ਬੰਗਾਲ ਦੀ ਸਭ ਤੋਂ ਜ਼ਿਆਦਾ ਹੈ। ਭੌਤਿਕ ਅਤੇ ਮਾਨਵੀ ਭੂਗੋਲ ਦੇ ਇਕੱਠ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਵਾਤਾਵਰਣਿਕ ਭੂਗੋਲ। ਨਿਆਂ ਸੰਬੰਧੀ ਨਿਰੀਖਣ ਜ਼ਰੂਰੀ ਹੈ ਸੰਵਿਧਾਨ ਦੀ ਸਰਉੱਚਤਾ ਨੂੰ ਬਣਾਈ ਰੱਖਣ ਦੇ ਲਈ, ਸੰਘੀ ਸੰਤੁਲਨ ਨੂੰ ਬਣਾਈ ਰੱਖਣ ਦੇ ਲਈ, ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ। ਉਪਰੋਕਤ ਸਾਰੇ। ਨੈਕਸਟ ਕੁਐਸਚਨ ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਹੈ। ਇਹ ਪ੍ਰਸ਼ਨ ਉਠਾਇਆ ਗਿਆ ਸੀ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਅਤੇ ਬੇਰੂ ਬਾਰੀ ਕੇਸ ਦੇ ਵਿੱਚ।
ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਜਿਹਾ ਹੈ ਜਿਹੜਾ ਲੋਕ ਰਾਏ ਦੁਆਰਾ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ? ਜੂਨਾਗੜ੍ਹ। ਹੇਠ ਲਿਖੇ ਅਨੁਛੇਦਾਂ ਵਿੱਚੋਂ ਕਿਸ ਨੂੰ ਡਾਕਟਰ ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦੀ ਨੀਂਹ ਕਿਹਾ ਹੈ? 32। ਹੇਠ ਲਿਖਿਆਂ ਵਿੱਚੋਂ ਕਿਹੜਾ ਆਦਿ ਤਮਿਲ ਸਾਹਿਤ ਦਾ ਮਹਾਂਕਾਵਿ ਹੈ? ਸਿਲਪਾਦੀਕਰਮ ਅਤੇ ਮਨੀਮੇਕਾਲਾਈ। ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਕਰਮ ਨੇ ਇਬਨ ਬਤੂਤਾ ਵੱਲੋਂ ਕਿਤਾਬੁਲ ਹਿੰਦ ਲਿਖੀ ਗਈ ਸੀ? ਹੇਠ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਕੇਰਲਾ ਦੇ ਮੰਦਰਾਂ ਵਿੱਚ ਨਿਮਨ ਜਾਤ ਦੇ ਪ੍ਰਵੇਸ਼ ਕਰਨ ਦੀ ਪਾਬੰਦੀ ਅਤੇ ਛੂਆ-ਛਾਤ ਦੇ ਵਿਰੁੱਧ ਉਠਾਇਆ ਸੀ? ਸ਼੍ਰੀ ਨਾਰਾਇਣ ਗੁਰੂ ਦਾ ਇਜਾਵਾ ਅੰਦੋਲਨ। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੇ ਵਿਵਾਦ ਦਾ ਮਸਲਾ ਕਿਸ ਕੋਲ ਭੇਜਿਆ ਜਾਂਦਾ ਹੈ? ਸਰਵਉੱਚ ਅਦਾਲਤ ਕੋਲ। ਪਲੀਜ਼ ਆਪਣੇ ਵੱਲੋਂ ਬਹੁਤ ਮਿਹਨਤ ਕਰ ਰਹੀ ਹਾਂ, ਸਪੋਰਟ ਜ਼ਰੂਰ ਕਰੋ, 1 ਘੰਟਾ ਕੰਪਲੀਟ ਕਰਾ ਦਿਓ। ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਡਾਕਟਰ ਅੰਬੇਦਕਰ ਨੇ ਸੰਵਿਧਾਨ ਦਾ ਦਿਲ ਤੇ ਰੂਹ ਆਖਿਆ ਹੈ? ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਛੇਦ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਹੈ? 29। ਹੇਠ ਲਿਖਿਆਂ ਵਿੱਚੋਂ ਕਿਹੜਾ ਬਿੱਲ ਸਿੱਧਾ ਹੀ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ? ਧਨ ਬਿੱਲ। ਹੇਠ ਲਿਖਿਆਂ ਵਿੱਚੋਂ ਖੋਰ ਦਾ ਕਿਹੜਾ ਪ੍ਰਕਾਸ਼ ਚੰਬਲ ਘਾਟੀ ਦਾ ਨਿਰਮਾਣ ਕਰਨ ਲਈ ਜ਼ਿੰਮੇਵਾਰ ਹੈ? ਗਲੀ। ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਦਰੁਸਤ ਹਨ? ਜਵਾਰ ਬਾਟਾ ਜਹਾਜ਼ ਰਾਣੀ ਤੇ ਮੱਛੀ ਫੜਨ ਲਈ ਬਹੁਤ ਮਦਦ ਕਰਦਾ ਹੈ। ਜਵਾਰ ਵੱਡੇ ਜਹਾਜ਼ ਨੂੰ ਬੰਦਰਗਾਹ ਵਿੱਚ ਸੁਰੱਖਿਅਤ ਅੰਦਰ ਲਗਾਉਣ ਅਤੇ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਜਵਾਰ ਭਾਟਾ ਬੰਦਰਗਾਹ ਵਿੱਚ ਗਾਰ ਇਕੱਠੀ ਹੋਣ 'ਤੇ ਰੋਕ ਲਾਉਂਦਾ ਹੈ। ਕੰਡਲਾ ਅਤੇ ਡਾਇਮੰਡ ਦੋਵੇਂ ਹੀ ਜਵਾਰ ਨਾਲ ਸੰਬੰਧਿਤ ਬੰਦਰਗਾਹਾਂ ਹਨ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਸੰਵਿਧਾਨ ਦਾ ਅੰਗ ਨਹੀਂ ਹੈ? ਯੋਜਨਾ ਕਮਿਸ਼ਨ। ਪਬਲਿਕ ਕਾਰਪੋਰੇਸ਼ਨ ਦਾ ਨਿਰਮਾਣ ਹੋਇਆ ਸੀ ਵਿੱਤ ਸੰਬੰਧੀ ਕਾਰਜਾਂ ਦੇ ਲਈ। ਹੇਠ ਲਿਖਿਆਂ ਚੋਂ ਰਾਜ ਦੀ ਨੀਤੀ ਨਿਰਦੇਸ਼ਕ ਤੱਤਾਂ ਦਾ ਕਿਹੜਾ ਅਨੁਛੇਦ ਅੰਤਰਦ੍ਰਿਸ਼ਟੀ ਅਮਨ ਅਤੇ ਸੁਰੱਖਿਆ ਵਧਾਉਣ ਨਾਲ ਸੰਬੰਧਿਤ ਹੈ? ਅਨੁਛੇਦ 51। ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਹੈ, ਪ੍ਰਤੱਖ ਅਤੇ ਅਪ੍ਰਤੱਖ। ਮੁੱਖ ਪ੍ਰਤੱਖ ਲੋਕਤੰਤਰ ਉਪਕਰਨ ਹੈ ਲੋਕਮਤ। ਬਸਤੀਵਾਦੀ ਭਾਰਤ ਦੇ ਕਬੀਲਿਆਂ ਦਾ ਅੰਦੋਲਨ ਦੂਜੇ ਫਿਰਕਿਆਂ ਦੇ ਅੰਦੋਲਨਾਂ ਨਾਲੋਂ ਵੱਖਰਾ ਸੀ ਕਿਉਂਕਿ ਉਹ ਬਹੁਤ ਬੇਤਰਤੀਬੇ ਸਨ। 5 ਸਾਲਾ ਯੋਜਨਾ ਨੂੰ ਅੰਤਿਮ ਪ੍ਰਵਾਨਗੀ ਰਾਸ਼ਟਰੀ ਵਿਕਾਸ ਪਰਿਸ਼ਦ ਦਿੰਦਾ ਹੈ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਮਤਾ ਪੇਸ਼ ਕੀਤਾ ਜਾਂਦਾ ਹੈ ਰਾਜ ਸਭਾ ਦੇ ਵਿੱਚ। ਬਲਵੰਤ ਰਾਏ ਮਹਿਤਾ ਕਮੇਟੀ ਸੰਬੰਧੀ ਸੀ ਸਮੁਦਾਇਕ ਵਿਕਾਸ ਪ੍ਰੋਗਰਾਮ ਦੇ ਨਾਲ। ਹੇਠ ਲਿਖਿਆਂ ਵਿੱਚੋਂ ਕਿਹੜਾ ਇੰਡੋ ਯੂਰੋਪੀਅਨ ਆਰੀਅਨ ਦੇ ਮੂਲ ਵਸਨੀਕਾਂ ਦੀ ਥਾਂ ਮੰਨੀ ਜਾਂਦੀ ਹੈ? ਦੱਖਣੀ ਰੂਸ ਅਤੇ ਮੱਧ ਏਸ਼ੀਆ। ਵੈਦਿਕ ਕਾਲ ਵਿੱਚ ਪਾਣੀ ਅਖਵਾਏ ਜਾਣ ਵਾਲੇ ਲੋਕ ਉਹ ਸਨ ਜਿਹੜੇ ਵਪਾਰ ਨੂੰ ਨਿਯੰਤਰਿਤ ਕਰਦੇ ਸਨ। ਸਮਾਜ ਦੇ 4 ਵਰਣਾਂ ਵਿੱਚ ਜ਼ਿਕਰ ਕਿਹੜੇ ਗ੍ਰੰਥ ਵਿੱਚ ਮਿਲਦਾ ਹੈ? 4 ਵਰਣਾਂ ਦਾ ਜ਼ਿਕਰ ਕਿਹੜੇ ਗ੍ਰੰਥ ਵਿੱਚ ਮਿਲਦਾ ਹੈ? ਰਿਗਵੇਦ ਦੇ ਪੁਰਸ਼ ਮੁਕਤ ਦੇ ਵਿੱਚ। ਵੈਦਿਕ ਕਾਲ ਵਿੱਚ ਰਾਜਿਆਂ ਦੁਆਰਾ ਲੋਕਾਂ ਤੋਂ ਇਕੱਠੇ ਗਏ ਕਰ ਨੂੰ ਕੀ ਕਿਹਾ ਜਾਂਦਾ ਸੀ? ਬਾਲੀ। ਹੇਠ ਲਿਖਿਆਂ ਵਿੱਚੋਂ ਕਿਹੜੀ ਉੱਤਰ ਵੈਦਿਕ ਕਾਲ ਦੀ ਇੱਕ ਮਹੱਤਵਪੂਰਨ ਸਲਤਨਤ ਨਹੀਂ ਸੀ? ਗੰਧਾਰ। 1915 ਵਿੱਚ ਖੋਜ ਕੀਤੇ ਗਏ ਪੁਰਾਲੇਖ ਕਿਹੜੇ ਹਨ ਜੋ ਇਹ ਉਲੇਖ ਕਰਦੇ ਹਨ ਕਿ ਰਾਜਾ ਅਸ਼ੋਕਾ ਪ੍ਰਿਯਦਰਸ਼ੀ ਉਸਦਾ ਲੇਖਕ ਹੈ? ਮਾਸਕੀ ਪੁਰਾਲੇਖ। ਗੁੱਦਾ ਅਤੇ ਕਾਗਜ਼ ਉਦਯੋਗ ਆਧਾਰਿਤ ਹਨ ਜੰਗਲਾਂ ਤੇ। ਭੂਗੋਲਿਕ ਉੱਤਰ ਧਰੁਵ ਅਤੇ ਭੂਗੋਲਿਕ ਦੱਖਣੀ ਧਰੁਵ ਦੋਵਾਂ ਤੋਂ ਕਿਹੜੀ ਸੰਦਰਭ ਰੇਖਾ ਲੰਘਦੀ ਹੈ? 0 ਡਿਗਰੀ ਸੈਂਸੀਅਸ ਲੌਂਗੀਟਿਊਡ। ਲੂ ਉਦਾਹਰਨ ਹੈ ਸਥਾਨਿਕ ਪੌਣ ਦਾ। ਭੂਮੀ ਪੌਣ ਕਾਰਨ ਹੈ ਤਟਵਰਤੀ ਖੇਤਰ ਦਾ। ਧਰਤੀ ਦੀ ਗਰਮਾਹਟ ਤੋਂ ਪ੍ਰਾਪਤ ਕੀਤੀ ਗਈ ਊਰਜਾ ਨੂੰ ਕੀ ਕਿਹਾ ਜਾਂਦਾ ਹੈ? ਭੂ-ਤਾਪ ਊਰਜਾ। ਸੂਚੀ 1 ਨੂੰ ਤੇ 2 ਨਾਲ ਮਿਲਾਉਣਾ ਵਾ। ਕਹਿੰਦੇ ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ? ਪਲਾਟੋ। ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? ਬ੍ਰਹਸਪਤੀ। ਸੂਰਜ ਵਿੱਚੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਕਿਹੜਾ ਹੈ? ਸ਼ੁੱਕਰ। ਸੂਰਜ ਦਾ ਨੀਲੜਾ ਗ੍ਰਹਿ ਕਿਹੜਾ ਹੈ? ਬੁੱਧ। ਰੋਮਨ ਸਾਮਰਾਜ ਨਾਲ ਸਭ ਤੋਂ ਪਹਿਲਾਂ ਵਪਾਰਕ ਸੰਬੰਧ ਸਥਾਪਿਤ ਕਰਨ ਵਾਲੇ ਸਨ ਤਮਿਲ ਅਤੇ ਚੇਰਾ ਸਲਤਨਤ।
ਦਿੱਲੀ ਸਲਤਨਤ ਦਾ ਸਭ ਤੋਂ ਪਹਿਲਾ ਸਰਬ ਸੱਤਾਧਾਰੀ ਰਾਜਾ ਕਿਹੜਾ ਸੀ? ਇਲਤੁਤਮਿਸ਼। ਜੂਨ 1756 ਵਿੱਚ ਨਵਾਬ ਸਿਰਾਜਦੌਲਾ ਨੇ ਅੰਗਰੇਜ਼ਾਂ ਵਿਰੁੱਧ ਆਪਣੀ ਮੁਹਿੰਮ ਵਿੱਚ ਸਭ ਤੋਂ ਵੱਡੀ ਗਲਤੀ ਕਿਹੜੀ ਕੀਤੀ ਸੀ? ਉਸਨੇ ਅੰਗਰੇਜ਼ਾਂ ਨੂੰ ਉਹਨਾਂ ਦੇ ਹੀ ਜਹਾਜ਼ਾਂ ਨਾਲ ਉਲਟਾ ਕੇ ਜਾਣ ਦਿੱਤਾ ਸੀ। 20ਵੀਂ ਸਦੀ ਦੇ ਆਰੰਭਿਕ ਦੌਰ ਵਿੱਚ ਭਾਰਤੀ ਰਾਸ਼ਟਰੀ ਅੰਦੋਲਨ ਦੀ ਦਿਸ਼ਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਬਾਹਰਲੀ ਮਹੱਤਵਪੂਰਨ ਘਟਨਾ ਕੀ ਸੀ? ਰੂਸ-ਜਾਪਾਨ ਜੰਗ 1904-5। ਇਸ ਨਿਰਣੈ ਨੂੰ ਖਾਰਜ ਕਰਨਾ ਮੁਸ਼ਕਿਲ ਹੈ ਕਿ ਆਜ਼ਾਦੀ ਦੀ ਪਹਿਲੀ ਰਾਸ਼ਟਰੀ ਜੰਗ ਨਾ ਤਾਂ ਪਹਿਲੀ ਸੀ, ਨਾ ਹੀ ਰਾਸ਼ਟਰ ਲਈ ਸੀ ਅਤੇ ਨਾ ਹੀ ਆਜ਼ਾਦੀ ਲਈ। ਇਹ ਕਥਨ ਕਿਸ ਨੇ ਲਿਖਿਆ ਸੀ? ਡਾਕਟਰ ਆਰ.ਸੀ. ਮਜ਼ੂਮਦਾਰ ਨੇ। ਬਹੁਤ ਇੰਪੋਰਟੈਂਟ ਕੁਐਸਚਨ ਨੇ ਸਾਰੇ। ਡਾਕਟਰ ਆਰ.ਸੀ. ਮਜ਼ੂਮਦਾਰ। 1908 ਦੌਰਾਨ ਇਲਾਹਾਬਾਦ ਵਿੱਚ ਹੋਈ ਭਾਰਤੀ ਰਾਸ਼ਟਰੀ ਕਾਂਗਰਸ ਦੀ ਬੈਠਕ ਦੀ ਪ੍ਰਧਾਨਗੀ ਕਰਨ ਵਾਲਾ ਸਭ ਤੋਂ ਪਹਿਲਾ ਅੰਗਰੇਜ਼ ਕਿਹੜਾ ਸੀ? ਜਾਰਜ ਜੂਲੇ। ਮੋਹਨਜੋਦੜੋ ਤੋਂ ਪ੍ਰਾਪਤ ਹੋਈ ਪਸ਼ੂਪਤੀ ਵਾਲੀ ਮੋਹਰ ਵਿੱਚ ਰੱਬ ਨੂੰ ਯੋਗੀ ਮੁਦਰਾ ਵਿੱਚ ਦਿਖਾਇਆ ਗਿਆ, ਜਿਸ ਦੇ ਆਲੇ ਦੁਆਲੇ 4 ਜਾਨਵਰ ਹਨ। ਉਹ ਜਾਨਵਰ ਕਿਹੜੇ ਹਨ? ਬਘਿਆੜ, ਗੈਂਡਾ, ਮੱਝ ਅਤੇ ਹਾਥੀ। ਬਘਿਆੜ, ਗੈਂਡਾ, ਮੱਝ ਅਤੇ ਹਾਥੀ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ 19ਵੀਂ ਸਦੀ ਵਿੱਚ ਕਿਹੜੀ ਨਾਰੀ ਸੁਧਾਰਕ ਨੇ ਸਤੀ ਪੁਰਸ਼ ਤੁਲਨਾ ਨਾਮਕ ਕਿਤਾਬ ਲਿਖੀ, ਜਿਸ ਵਿੱਚ ਉਸਨੇ ਮਰਦ ਅਤੇ ਔਰਤ ਵਿਚਲੇ ਸਮਾਜਿਕ ਭੇਦਭਾਵ ਦੀ ਆਲੋਚਨਾ ਕੀਤੀ? ਤਾਰਾਬਾਈ ਸ਼ਿੰਦੇ ਨੇ। ਨੈਕਸਟ ਕੁਐਸਚਨ, ਨਾ ਵਕੀਲ, ਨਾ ਅਪੀਲ, ਨਾ ਦਲੀਲ। ਇਹ ਕਥਨ ਕਿਸ ਵੱਲ ਇਸ਼ਾਰਾ ਕਰਦਾ ਹੈ? ਰੋਲਟ ਐਕਟ ਵੱਲ। ਵਾਯੂਮੰਡਲ ਵਿੱਚ ਬੱਦਲਾਂ ਦਾ ਵਹਿਣਾ ਹੁੰਦਾ ਹੈ ਉਹਨਾਂ ਦੇ ਘੱਟ ਘਣਤਾ ਕਾਰਨ। ਕਿਸੇ ਥਾਂ ਦਾ ਤਾਪਮਾਨ ਨਿਰਭਰ ਕਰਦਾ ਹੈ ਐਲਟੀਟਿਊਡ ਤੇ ਲੈਟੀਟਿਊਡ, ਸਮੁੰਦਰ ਤੋਂ ਉਸਦੀ ਦੂਰੀ, ਤਿੰਨਾਂ ਤੇ ਕਰਦਾ ਹੈ। ਮੁੱਢਲੇ ਬਰਤਾਨਵੀ ਸ਼ਾਸਕਾਂ ਦਾ ਸਿਧਾਂਤ ਸੀ ਕਿ ਖੇਤੀਬਾੜੀ ਦੀ ਜ਼ਮੀਨ ਕੰਪਨੀ ਦੀ ਮਲਕੀਅਤ ਅਤੇ ਉਸ ਤੋਂ ਹਾਸਿਲ ਹੋਣ ਵਾਲੀ ਵਿੱਤੀ ਲਗਾਨ ਤੇ ਉਹਨਾਂ ਦਾ ਹੀ ਹੱਕ ਬਣਦਾ ਹੈ। ਇਹ ਸੋਚ ਦਾ ਸਮਰਥਨ ਕਿਸ ਨੇ ਕੀਤਾ ਹੈ? ਰਿਕਾਰਡੀਅਨ ਦੇ ਲਗਾਨ ਦਾ ਸਿਧਾਂਤ। ਧਰੁਵੀ ਖੇਤਰ ਘੱਟ ਸੂਰਜੀ ਕਿਰਨਾਂ ਪ੍ਰਾਪਤ ਕਰਦੀਆਂ ਹਨ। ਇਸ ਦਾ ਕਾਰਨ ਹੈ ਧਰਤੀ ਨਾਲ ਸੂਰਜੀ ਕਿਰਨਾਂ ਦਾ ਕੋਣ। ਕਿਸੇ ਨੂੰ ਸੰਸਾਰ ਵਿੱਚ ਦਬਾਅ ਦੇ ਵਰਗੀਕਰਨ ਵਾਸਤੇ ਨਕਸ਼ਾ ਤਿਆਰ ਕਰਨ ਲਈ ਵਰਤੋਂ ਕਰਨੀ ਪਵੇਗੀ ਆਈਸੋਬਾਰਾਸ ਦੀ। ਨੇ ਜਿਹੜਾ ਆ ਗਿਆ ਇਹ ਦੀ ਪੈਟਾਗੋਜ ਹੈਗੀ SST ਦੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਿਕ ਖੇਤਰ ਦੇ ਨਿਰਣਾਤਮਕ ਮੁਲਾਂਕਣ ਦਾ ਸੰਦ ਨਹੀਂ ਹੈ? ਪ੍ਰੋਜੈਕਟ। ਨੈਕਸਟ ਕੁਐਸਚਨ ਕੀ ਆ? ਸਮਾਜ ਵਿਗਿਆਨ ਸਿੱਖਿਆ ਵਿੱਚ ਸਮੂਹ ਸਿੱਖਿਆ ਆਦਰਸ਼ ਨੂੰ ਸ਼ਾਮਿਲ ਕਰਨ ਆਪਣੀਆਂ ਪਾਠ ਯੋਜਨਾਵਾਂ ਵਿੱਚ ਪਰਿਵਰਤਨ ਲਿਆਉਣ ਦੇ ਲਈ ਅਧਿਆਪਕ ਇਹ ਨਿਸ਼ਚਿਤ ਕਰਦੇ ਹਨ ਕਿ ਉਹਨਾਂ ਵੱਲੋਂ ਪੜ੍ਹਾਏ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦਾ ਆਪਸੀ ਤਾਲਮੇਲ ਬਣਾਉਣਾ ਲਾਭਦਾਇਕ ਹੋਵੇਗਾ। ਅਜਿਹਾ ਕਰਨ ਲਈ ਉਹ ਥੀਮ ਆਧਾਰਿਤ ਇਕਾਈ ਦਾ ਨਿਰਮਾਣ ਕਰਦੇ ਹਨ, ਜਿਸ ਨੂੰ ਸਮਾਜ ਵਿਗਿਆਨ ਦੀਆਂ ਜਮਾਤਾਂ ਵਿੱਚ ਸੰਯੁਕਤ ਰੂਪ ਵਿੱਚ ਪੜ੍ਹਾਇਆ ਜਾ ਸਕੇ। ਇਕਾਈ ਦੇ ਵਿਸ਼ੇ ਵਸਤੂ ਦੇ ਵਿਕਾਸ ਦੇ ਲਈ ਅਧਿਆਪਕ ਲਈ ਥੀਮ ਆਧਾਰਿਤ ਇਕਾਈ ਬਣਾਉਣ ਦਾ ਸਭ ਤੋਂ ਕਾਰਗਰ ਢੰਗ ਕਿਹੜਾ ਹੋ ਸਕਦਾ ਹੈ? ਹਰ ਅਧਿਆਪਕ ਸਾਲ ਭਰ ਲਈ ਕਰਿਕੂਲਮ ਦਾ ਨਕਸ਼ਾ ਤਿਆਰ ਕਰੇ ਅਤੇ ਇਹਨਾਂ ਨਕਸ਼ਿਆਂ ਦੀ ਅੰਤਿਮ ਥੀਮ ਵਿਸ਼ੇ ਵਸਤੂ ਅਤੇ ਕੌਸ਼ਲਾਂ ਨਾਲ ਤੁਲਨਾ ਕਰੇ ਜਿਹੜੇ ਕਿ ਇੱਕ ਸਮਾਨ ਹਨ। ਸਮਾਜ ਵਿਗਿਆਨ ਮਨੁੱਖੀ ਵਿਵਹਾਰ ਅਤੇ ਵਾਤਾਵਰਣ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਉਸਦੀ ਪਰਸਪਰ ਕਿਰਿਆ ਨੂੰ ਸਮਝਣ ਦਾ ਯਤਨ ਕਰਨਾ ਹੈ? ਸਮਾਜਿਕ ਸੰਸਥਾਵਾਂ। ਸਮਾਜ ਵਿਗਿਆਨ ਪੜ੍ਹਾਉਣ ਦੀ ਉਹ ਪਹੁੰਚ ਜਿਸ ਰਾਹੀਂ ਵਿਦਿਆਰਥੀ ਆਪਣੇ ਅਧਿਆਪਕ ਅਤੇ ਜਮਾਤੀਆਂ ਨੂੰ ਦੇਖ ਕੇ ਉਹਨਾਂ ਦਾ ਅਨੁਕਰਨ ਕਰਕੇ ਪ੍ਰਭਾਵਸ਼ਾਲੀ ਸਮਝ ਰਣਨੀਤੀ ਸਿੱਖਦੇ ਹਨ। ਉਸ ਨੂੰ ਕੀ ਕਹਿੰਦੇ? ਪੁੱਛ ਜਾਂ ਉਲਟ ਕਰਨ ਸਿੱਖਿਆ। ਜੇਕਰ ਇੱਕ ਵਿਦਿਆਰਥੀ ਵਿੱਚ ਇਤਿਹਾਸ ਦੀ ਸਮਝ ਦਾ ਵਿਕਾਸ ਹੋ ਰਿਹਾ ਹੈ ਤਾਂ ਉਸਨੂੰ ਕੰਮ ਕਰਨਾ ਚਾਹੀਦਾ ਹੈ ਘਟਨਾ ਦੇ ਕਾਰਨਾਂ ਅਤੇ ਪ੍ਰਭਾਵਾਂ ਤੇ, ਨਿਰੰਤਰਤਾ ਅਤੇ ਪਰਿਵਰਤਨਾਂ ਦੇ ਤੱਤਾਂ ਤੇ, ਸਧਾਰਨ ਦੀ ਤਰਜਮਾਨੀ ਦੀਆਂ ਵਸਤੂਪਰਕਤਾਵਾਂ ਤੇ। ਸਮਾਜ ਵਿਗਿਆਨ ਨਾ ਕੇਵਲ ਸਾਡੇ ਸਮਾਜਿਕ ਚੌਗਿਰਦੇ ਦੀ ਵਾਸਤਵਿਕਤਾ ਨੂੰ ਸਮਝਣ ਦਾ ਇੱਕ ਢੰਗ ਹੈ, ਸਗੋਂ ਇਹ ਮਦਦ ਕਰਦਾ ਹੈ ਮਨੁੱਖੀ ਸੁਭਾਅ ਦੀ ਅੰਤਰਦ੍ਰਿਸ਼ਟੀ ਦੇ ਵਿਕਾਸ ਦੇ ਲਈ। ਮਨੁੱਖੀ ਅਧਿਐਨ ਦੀ ਵਿਗਿਆਨਿਕ ਪਹੁੰਚ ਹੇਠ ਲਿਖੇ ਪਰਿਪੇਖ ਨੂੰ ਸ਼ਾਮਿਲ ਕਰਨ ਦੀ ਲੋੜ ਉੱਤੇ ਬਲ ਦਿੰਦੀ ਹੈ। ਕੁਦਰਤੀ ਵਿਗਿਆਨ, ਸਮਾਜ ਵਿਗਿਆਨ ਅਤੇ ਹਿਊਮੈਨਿਟੀਜ਼ ਤੇ। ਇੱਕ ਬਹੁ ਸੱਭਿਆਚਾਰਕ ਸਮਾਜ ਵਿੱਚ ਚਿੰਤਨ ਮਨਨ ਕਰਨ ਵਾਲਾ ਸਮਾਜ ਵਿਗਿਆਨ ਦਾ ਅਧਿਆਪਕ ਅਜਿਹਾ ਕਰਿਕੂਲਮ ਵੇਖਣਾ ਪਸੰਦ ਕਰੇਗਾ ਜਿਹੜਾ ਅਜਿਹੇ ਨਾਗਰਿਕਾਂ ਦਾ ਨਿਰਮਾਣ ਕਰੇ ਜਿਸ ਕੋਲ ਆਪਣੀ ਅਤੇ ਨਾਲ ਨਾਲ ਦੂਜਿਆਂ ਦੀ ਪਹਿਚਾਣ ਬਾਰੇ ਪ੍ਰਤੱਖ ਹੋਵੇ।
ਵੀਡੀਓ ਦਾ ਸੈਕਿੰਡ ਲਾਸਟ ਕੁਐਸਚਨ ਆ, ਸਮਾਜ ਵਿਗਿਆਨ ਵਿੱਚ ਸਕਾਰੀਕਰਨ ਨੂੰ ਸਮਝਣ ਦਾ ਸਭ ਤੋਂ ਬਿਹਤਰ ਢੰਗ ਹੈ ਅਮੂਰਤ ਨੂੰ ਸਮੂਰਤ ਵਸਤੂ ਵਾਂਗ ਮੰਨਣਾ। ਹੇਠ ਲਿਖਿਆਂ ਵਿੱਚੋਂ ਕਿਹੜਾ ਇਤਿਹਾਸ ਅਧਿਆਪਨ ਵਿੱਚ ਆંકੜਿਆਂ ਦੀ ਪ੍ਰਾਇਮਰੀ ਸਰੋਤ ਹੈ? ਪ੍ਰਸ਼ਨਾਵਲੀ ਦਾ ਜਵਾਬ ਦੇਣਾ। ਹੋਪਸੋ ਵੀਡੀਓ ਤੁਹਾਡੇ ਸਭ ਦੇ ਲਈ ਯੂਜ਼ਫੁਲ ਹੈਗੀ। ਵੀਡੀਓ ਨੂੰ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ, ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ। ਐਂਡ ਆਲ ਦੀ ਬੈਸਟ ਆਲ ਆਫ ਯੂ ਫॉर द प्रिपरेशन ऑफ पीस एसटेट एग्जाम एंड सीटेट एग्जाम। थैंक यू।